Continuing with the same chapter, that is economic reforms. Since 1991, or new economic policy, now I am going to discuss the imperative losses of privatization. ਪ੍ਰਾਈਵੇਟਾਈਜੇਸ਼ਨ ਸਭ ਤੋਂ ਫਸਟ ਸਾਡੇ ਕੋਲ ਆਉਂਦਾ ਹੈ ਕਿ ਇੱਥੇ ਅਸੀਂ ਅਗਰ ਪ੍ਰੋਫਿਟੇਬਿਲਿਟੀ ਦੀ ਗੱਲ ਕਰਦੇ ਹਾਂ ਤਾਂ ਡੈਫੀਨੇਟਲੀ ਸੋਸ਼ਲ ਇੰਟਰਸਟ ਆ ਜਿਹੜਾ ਉਹ ਹਮੇਸ਼ਾ ਉੱਥੇ ਸਾਨੂੰ ਸਰਵਾਈਵ ਕਰਨਾ ਪਏਗਾ। ਐਂਡ ਸੋਸ਼ਲ ਇੰਟਰਸਟ ਸਿਰਫ ਥਿਓਰੈਟੀਕਲ ਪੋਸੀਬਿਲਿਟੀਜ਼ ਦੇ ਲਈ ਰਹਿ ਜਾਏਗਾ, ਬਿਕੋਜ਼ ਇਹਦੀ ਅਗਰ ਅਸੀਂ ਦੇਖਦੇ ਹਾਂ ਤਾਂ ਪ੍ਰੈਕਟੀਕਲ ਰੈਲੇਵੈਂਸ ਕੋਈ ਨਹੀਂ ਹੋਏਗੀ, ਬਿਕੋਜ਼ ਅਗਰ ਇੱਕ ਵਾਰੀ ਪ੍ਰਾਈਵੇਟਾਈਜੇਸ਼ਨ ਆ ਜਾਂਦੀ ਹੈ ਤਾਂ। ਸੈਕਿੰਡ, ਫਰੀ ਪਲੇ ਆਫ ਦਾ ਮਾਰਕੀਟ ਫੋਰਸਿਸ ਨੂੰ ਅਸੀਂ ਉਹ ਕਰ ਰਹੇ ਹਾਂਗੇ, ਮੀਨਸ ਡਿਮਾਂਡ ਐਂਡ ਸਪਲਾਈ ਦੇ ਬੇਸਿਸ ਦੇ ਉੱਤੇ ਸਾਰਾ ਕੰਮ ਹੋਏਗਾ। ਤਾਂ ਅਗਰ ਡਿਮਾਂਡ ਐਂਡ ਪ੍ਰਾਈਸਿਸ ਦੇ ਬੇਸਿਸ ਦੇ ਉੱਤੇ ਹੋਏਗਾ ਤਾਂ ਪੂਅਰ ਸੈਕਸ਼ਨ ਹੈ ਜਿਹੜਾ, ਵੀਕਰ ਸੈਕਸ਼ਨ ਹੈ ਸੋਸਾਇਟੀ ਦਾ, ਹਮੇਸ਼ਾ ਉਹਨੂੰ ਸਫਰ ਕਰਨਾ ਪਏਗਾ। ਐਂਡ ਵੀ ਆਰ ਹੈਵਿੰਗ ਵਨ ਗੁੱਡ ਐਗਜ਼ਾਮਪਲ ਸਰਕੂਲਰ ਟ੍ਰੈਜਰੀ ਦੀ। ਸਰਕੂਲਰ ਟ੍ਰੈਜਰੀ ਆਂਧਰਾ ਪ੍ਰਦੇਸ਼ ਦੇ ਵਿੱਚ ਸਮਾਲ ਟਾਊਨ ਹੈ, ਉੱਥੇ ਇੱਕ ਪਾਵਰਲੂਮ ਇੰਡਸਟਰੀ ਸੀ, ਔਰ ਇੰਡਸਟਰੀ ਦਾ ਮੇਨ ਸੋਰਸ ਸੀ ਜਿਹੜਾ ਇਟ ਵਾਜ਼ ਦਿਸ ਇਜ਼ ਦਾ ਮੇਨ ਸੋਰਸ ਆਫ ਅਰਨਿੰਗ। ਐਂਡ ਪ੍ਰਾਈਵੇਟਾਈਜੇਸ਼ਨ ਦੇ ਕਰਕੇ ਜਦੋਂ ਪਾਵਰ ਸਪਲਾਈ ਇਨਕਰੀਜ਼ ਹੋਈ, ਪਾਵਰ ਸਪਲਾਈ ਦੀ ਕੋਸਟ ਇਨਕਰੀਜ਼ ਹੋਈ, ਤਾਂ ਉਹਨਾਂ ਨੇ ਬੇਸਿਕਲੀ ਜਿਹੜੇ ਵੇਜਿਸ ਉਹਨੂੰ ਕੱਟ ਕਰ ਦਿੱਤਾ, ਸੋ ਦੈਟ ਕਿ ਉਹ ਆਪਣੇ ਪ੍ਰੋਫਿਟਸ ਆ ਜਿਹੜੇ ਉਹਨਾਂ ਨੂੰ ਰਿਟੇਨ ਕਰ ਸਕਣ। ਵੇਜਿਸ ਨੂੰ ਕੱਟ ਕੀਤਾ ਐਂਡ ਵੇਜਿਸ ਇੰਨੇ ਕੁ ਕੱਟ ਕਰ ਦਿੱਤੇ ਗਏ ਵਿਚ ਵਾਜ਼ ਬਿਯੋਂਡ ਦਾ ਪੁਆਇੰਟ ਆਫ ਸਬਸਿਸਟੈਂਸ। ਤਾਂ ਉਹਦੇ ਨਾਲ ਕੀ ਹੋਇਆ ਕਿ ਪ੍ਰੋਡਕਸ਼ਨ, ਬਿਕੋਜ਼ ਵੇਜਿਸ ਘੱਟ ਹੋਣਗੇ ਤਾਂ ਕੋਈ ਵੀ ਪਰਸਨ ਕੰਮ ਕਰਨ ਦੇ ਲਈ ਐਗਰੀ ਨਹੀਂ ਹੋਏਗਾ, ਤਾਂ ਉਹਦੇ ਨਾਲ ਪ੍ਰੋਡਕਸ਼ਨ ਘਟੀ ਤਾਂ ਇੰਨਾ ਕੁ ਜ਼ਿਆਦਾ ਉਹਨਾਂ ਨੂੰ ਉਹ ਹੋਇਆ ਕਿ 50 ਵਰਕਰਸ ਆ ਜਿਹੜੇ ਉਹਨਾਂ ਨੇ ਸੇਮ ਟਾਈਮ ਦੇ ਉੱਤੇ ਸੁਸਾਈਡ ਕਮਿਟ ਕਰ ਲਿਆ, ਬਿਕੋਜ਼ ਆਫ ਦਾ ਲੋਅਰ ਵੇਜਿਸ। ਐਂਡ ਉਹਨਾਂ ਨੂੰ ਵਰਕ ਨਹੀਂ ਸੀ ਮਿਲ ਰਿਹਾ, ਕਿਉਂਕਿ ਜਦੋਂ ਵੇਜਿਸ ਘਟਣਗੇ ਤਾਂ ਵਰਕਿੰਗ ਓਪਰਚੁਨਿਟੀਜ਼ ਆਪਣੇ ਆਪ ਹੀ ਘਟਣੀਆਂ ਸ਼ੁਰੂ ਹੋ ਜਾਂਦੀਆਂ। ਐਂਡ ਦਿਸ ਵਾਜ਼ ਅ ਸਰਕੂਲਰ ਟ੍ਰੈਜਰੀ। ਇੱਦਾਂ ਦੀਆਂ ਚੀਜ਼ਾਂ ਜਦੋਂ ਵੀ ਪ੍ਰਾਈਵੇਟਾਈਜੇਸ਼ਨ ਹੋਏਗਾ ਤਾਂ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਹੀ ਰਹਿਣਗੀਆਂ। ਨੈਕਸਟ ਇਜ਼ ਅ ਗਲੋਬਲਾਈਜੇਸ਼ਨ। ਗਲੋਬਲਾਈਜੇਸ਼ਨ ਮੀਨਸ integration the economy of the country with the economies of the other countries under the condition of free flow of trade and capital across borders। ਜਦੋਂ ਸਾਡੇ ਕੋਲ ਅਸੀਂ ਆਪਣੀ ਇਕੋਨਮੀ ਦੂਸਰੀਆਂ ਇਕੋਨਮੀਜ਼ ਦੇ ਨਾਲ ਲੈ ਕੇ ਚੱਲਦੇ ਆਂਗੇ ਤਾਂ ਕਿ ਅਸੀਂ ਆਪਣਾ ਜਿਹੜਾ ਟ੍ਰੇਡ ਹੈ ਉਹਨੂੰ ਫ੍ਰੀਲੀ ਕਰ ਸਕੀਏ। ਔਰ ਵੀ ਕੈਨ ਸੇ ਕਿ ਸਾਡੇ ਕੋਲ ਜਦੋਂ ਅਸੀਂ ਓਪਨਨੈਸ ਹੈ ਦੂਸਰੀਆਂ ਇਕੋਨਮੀਜ਼ ਦੇ ਨਾਲ ਆਪਣੀ ਓਪਨਨੈਸ ਨੂੰ ਇਨਕਰੀਜ਼ ਕਰਦੇ ਹਾਂ, ਸੋ ਦੈਟ ਕਿ ਇਕਨੋਮਿਕ ਇੰਟੀਗ੍ਰੇਸ਼ਨ ਹੈ ਜਿਹੜੀ ਵਰਲਡ ਇਕੋਨਮੀ ਦੇ ਵਿੱਚ ਕੀਤੀ ਜਾ ਸਕੇ। ਔਰ ਗਲੋਬਲਾਈਜੇਸ਼ਨ ਅਗਰ ਅਸੀਂ ਦੇਖੀਏ ਕਿ ਅਸੀਂ ਇਸ ਤੋਂ ਪਹਿਲਾਂ ਪ੍ਰਾਈਵੇਟਾਈਜੇਸ਼ਨ ਕਰ ਚੁੱਕੇ ਸੀ ਐਂਡ ਲਿਬਰਲਾਈਜੇਸ਼ਨ। ਗਲੋਬਲਾਈਜੇਸ਼ਨ ਇਜ਼ ਦਾ ਆਊਟਕਮ ਆਫ ਦਾ ਪਾਲਿਸੀਜ਼ ਆਫ ਲਿਬਰਲਾਈਜੇਸ਼ਨ ਐਂਡ ਦਾ ਲਿਬਰਲਾਈਜੇਸ਼ਨ ਐਂਡ ਦਾ ਪ੍ਰਾਈਵੇਟਾਈਜੇਸ਼ਨ। ਬਿਕੋਜ਼ ਇਹਦੇ ਨਾਲ ਕੀ ਹੋਇਆ ਕਿ ਜਿਹੜੀਆਂ ਅਸੀਂ ਆਪਣੀਆਂ ਇਕੋਨਮੀਜ਼ ਹੈ ਉਹਨਾਂ ਨੂੰ ਇਕਨੋਮਿਕਲੀ ਐਂਡ ਸੋਸ਼ਲੀ ਇੱਕ ਦੂਸਰੇ ਦੇ ਕਲੋਜ਼ਰ ਲੈ ਕੇ ਆਉਂਦਾ। ਐਂਡ ਦਿਸ ਇਜ਼ ਦਾ ਮੇਨ ਥਿੰਗ ਕਿ ਜਿਹਨੇ ਗਲੋਬਲਾਈਜੇਸ਼ਨ ਹੈ ਜਿਹੜਾ ਉਸਨੂੰ ਪ੍ਰਮੋਟ ਕੀਤਾ। ਬਿਕੋਜ਼ ਜਦੋਂ ਵੀ ਗਲੋਬਲਾਈਜੇਸ਼ਨ ਹੁੰਦੀ ਹੈ ਤਾਂ ਉਹਦੇ ਨਾਲ ਜਿੰਨੀਆਂ ਵੀ ਸਾਡੇ ਕੋਲ ਗੁੱਡਸ ਐਂਡ ਸਰਵਿਸਿਜ਼ ਹੋਣਗੀਆਂ, ਇਨਕਲੂਡਿੰਗ ਟੈਕਨੋਲੋਜੀ ਐਂਡ ਐਕਸਪਰਟਾਈਜ਼, ਤੋਂ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਤੱਕ ਮੂਵ ਕਰਦੀਆਂ। ਜਦੋਂ ਅਸੀਂ ਇੰਡੀਆ ਅਤੇ ਰੈਸਟ ਆਫ ਦਾ ਵਰਲਡ ਇਕੋਨਮੀਜ਼ ਆ ਜਿਹੜੀਆਂ ਇਹਦੇ ਨਾਲ ਡੀਲ ਕਰਦੇ ਹਾਂ, ਦਿਸ ਇਜ਼ ਨੋਨ ਐਜ਼ ਅ ਗਲੋਬਲਾਈਜੇਸ਼ਨ। ਐਂਡ ਅੰਡਰ ਦਾ ਗਲੋਬਲਾਈਜੇਸ਼ਨ ਆਊਟਸੋਰਸਿੰਗ ਸਭ ਤੋਂ ਇੰਪੋਰਟੈਂਟ ਚੀਜ਼ ਆਉਂਦੀ ਹੈ ਸਾਡੇ ਕੋਲ। ਐਂਡ ਆਊਟਸੋਰਸਿੰਗ ਆਲਰੇਡੀ ਯੂ ਆਰ ਨੋਇੰਗ ਕਿ ਸਾਡੇ ਕੋਲ ਇਟ ਰੈਫਰਸ ਟੂ ਦਾ ਸਿਸਟਮ ਆਫ ਹਾਇਰਿੰਗ ਬਿਜ਼ਨਸ ਸਰਵਿਸਿਜ਼ ਫਰੋਮ ਦਾ ਆਊਟਸਾਈਡ ਵਰਲਡ। ਜਦੋਂ ਅਸੀਂ ਦੂਸਰਿਆਂ ਤੋਂ ਬਿਜ਼ਨਸ ਸਰਵਿਸਿਜ਼ ਜਿਹੜੇ ਆਲਰੇਡੀ ਉਸ ਦੇ ਵਿੱਚ ਆਪਣਾ ਐਕਸਪੀਰੀਅੰਸ ਰੱਖਦੇ ਆ, ਉਹਨਾਂ ਦੇ ਕੋਲ ਮਾਡਰਨ ਫੈਸਿਲਿਟੀਜ਼ ਆਉਂਦੀਆਂ, ਤਾਂ ਅਸੀਂ ਉੱਥੋਂ ਦਿਸ ਇਜ਼ ਆਲਸੋ ਨੋਨ ਐਜ਼ ਅ BPO, ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ। ਤਾਂ ਕਾਲ ਸੈਂਟਰਸ ਹੁੰਦੇ ਦੋ ਰੀਜ਼ਨਸ ਹੈ। ਫਸਟ ਕਿ ਇੰਡੀਆ ਦੇ ਵਿੱਚ ਬਿਕੋਜ਼ ਆਫ ਦਾ ਹਾਈ ਰੇਟ ਆਫ ਪਾਪੂਲੇਸ਼ਨ
ਤਾਂ ਲੇਬਰ ਹੈ ਜਿਹੜੀ ਉਹ ਚੀਪ ਹੈ, ਅਸੀਂ ਦੂਸਰੀ ਕੰਟਰੀ ਦੇ ਵਿੱਚ ਜਾ ਕੇ ਉਹਨਾਂ ਦੀ ਲੋਕਾਂ ਤੋਂ ਘੱਟ ਮਨੀ ਦੇ ਉੱਤੇ ਵਰਕ ਕਰਨ ਦੇ ਲਈ ਤਿਆਰ ਹੁੰਦੇ ਹਾਂ। ਐਂਡ ਸੈਕਿੰਡ ਇਜ਼ ਰੈਵੋਲਿਊਸ਼ਨਰੀ ਗਰੋਥ ਆਫ IT ਸੈਕਟਰ ਇਨ ਇੰਡੀਆ। IT ਇੰਡਸਟਰੀਜ਼ ਨੇ ਇੰਡੀਆ ਦੇ ਵਿੱਚ ਇੰਨਾ ਕੁ ਜ਼ਿਆਦਾ ਉਹ ਕਰ ਲਿਆ ਕਿ ਅਸੀਂ ਇੱਕ ਵਰਲਡ ਇਕੋਨਮੀ ਦੇ ਵਿੱਚ ਆਪਣੇ ਆਪ ਨੂੰ ਬਹੁਤ ਹਾਈਲਾਈਟ ਕੀਤਾ। ਦੈਨ policy strategies promoting globalization of the Indian economy. First is increase in the equity limit of the foreign investment. ਅਸੀਂ ਫੋਰਨ ਇਨਵੈਸਟਮੈਂਟ ਦੀ ਜਿਹੜੀ ਇਕੁਇਟੀ ਲਿਮਿਟ ਹੈ ਉਹਨੂੰ ਵੀ ਇਨਕਰੀਜ਼ ਕਰ ਲਈ। ਅਰਲੀ ਇਟ ਵਾਜ਼ ਰਿਸਟ੍ਰਿਕਟਡ ਟੂ 40%। ਸਿਰਫ ਅਸੀਂ ਫੋਰਨ ਅਗਰ ਕੈਪੀਟਲ ਆਉਂਦੀ ਸੀ ਤਾਂ ਅਸੀਂ ਉਹਨੂੰ 40% ਤੱਕ ਹੀ ਰੱਖਦੇ ਸੀ, ਐਂਡ 60% ਸ਼ੇਅਰ ਆ ਜਿਹੜਾ ਉਹ ਇੰਡੀਅਨ ਗਵਰਨਮੈਂਟ ਦਾ ਜਾਂ ਇੰਡੀਅਨ ਪ੍ਰਾਈਵੇਟ ਸੈਕਟਰ ਦਾ ਹੁੰਦਾ ਸੀ। ਬਟ ਨਾਓ ਇਟ ਰੇਂਜਿਸ ਫਰੋਮ 51 to 100%। ਤਾਂ ਇਹਨਾਂ ਨੂੰ ਫੁੱਲ ਫਰੀਡਮ ਦੇ ਦਿੱਤੀ ਗਈ ਕਿ ਤੁਸੀਂ 100% ਤੱਕ ਆਪਣੀ ਜਿਹੜੀ ਸ਼ੇਅਰ ਹੈ ਉਹਨੂੰ ਲਗਾ ਸਕਦੇ ਹੋ। 47 ਹਾਈ ਪ੍ਰਾਇਓਰਟੀ ਇੰਡਸਟਰੀਜ਼ ਸੀਗੀਆਂ ਜਿੱਥੇ ਫੋਰਨ ਡਾਇਰੈਕਟ ਇਨਵੈਸਟਮੈਂਟ ਜਿਹੜੀ 100% ਤੱਕ ਕੀਤੀ ਗਈ ਬਿਨਾਂ ਕਿਸੇ ਰਿਸਟ੍ਰਿਕਸ਼ਨਸ ਤੋਂ। ਐਂਡ FII ਜਿਹੜੀ ਫੋਰਨ ਕੈਪੀਟਲ ਇਨਵੈਸਟਮੈਂਟ ਹੈ ਉਹਨੂੰ ਵੀ 100% ਤੱਕ ਅਸੀਂ ਆਪਣੇ ਜਿੰਨੇ ਵੀ ਐਕਸਪੋਰਟ ਟਰੇਡਿੰਗ ਹਾਊਸਿਸ ਸੀਗੇ ਉਹਨਾਂ ਨੂੰ ਵੀ 100% ਤੱਕ ਇਨਕਰੀਜ਼ ਕਰ ਦਿੱਤਾ ਗਿਆ। ਐਂਡ ਫੈਮਾ ਅਸੀਂ ਉਸ ਟਾਈਮ ਦੇ ਉੱਤੇ ਅਡੋਪਟ ਕੀਤਾ। ਇਟਸ ਅ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ, ਜਿਹੜਾ ਇਹ ਦੇਖਦਾ ਸੀਗਾ ਕਿ ਕਿਹੜੇ ਸੈਕਟਰ ਦੇ ਵਿੱਚ ਹਾਈ ਪ੍ਰਾਇਓਰਟੀ ਹੈ। ਇਟ ਵਾਜ਼ ਇਸਟੈਬਲਿਸ਼ਡ ਇਨ 1999। ਤਾਂ ਇਹਦਾ ਮੇਨ ਮੋਟਿਵ ਸੀਗਾ ਕਿ ਇਹ ਰੈਗੂਲੇਟ ਕਰਦਾ ਕਿ ਫੋਰਨ ਇਨਵੈਸਟਮੈਂਟ ਨੂੰ। ਸੈਕਿੰਡ ਇਜ਼ ਅ ਪਾਰਸ਼ੀਅਲ ਕਨਵਰਟੇਬਿਲਿਟੀ। ਫਸਟ ਇਜ਼ what is a partial convertibility? It refers to the sale and purchase of foreign currency, or we can say for the foreign transaction at the market prices। ਜਦੋਂ ਅਸੀਂ foreign currency ਨੂੰ market prices ਦੇ ਉੱਤੇ ਬਾਏ ਜਾਂ ਸੇਲ ਕਰਦੇ ਹਾਂ। ਐਂਡ ਗਲੋਬਲਾਈਜੇਸ਼ਨ ਦੇ ਵਿੱਚ ਇੰਡੀਅਨ ਕਰੰਸੀ ਹੈ ਜਿਹੜੀ ਉਹਨੂੰ ਪਾਰਸ਼ੀਅਲ ਕਨਵਰਟੇਬਿਲਿਟੀ ਹੈ ਜਿਹੜੀ ਉਹਨੂੰ ਅਡੋਪਟ ਕੀਤਾ ਗਿਆ। ਸਾਡੇ ਕੋਲ 2 ਰੀਜ਼ਨ ਸੀਗੇ ਸਾਡੇ ਕੋਲ 3 ਰੀਜ਼ਨ ਸੌਰੀ। ਫਸਟ, ਇੰਪੋਰਟੈਂਟ ਐਕਸਪੋਰਟ ਆਫ ਦ ਗੁਡਸ ਐਂਡ ਸਰਵਿਸਿਜ਼, ਇਹਦੇ ਨਾਲ ਇਹ ਵਾਲੀਆਂ ਟ੍ਰਾਂਜੈਕਸ਼ਨਸ ਹੋਣੀਆਂ ਸ਼ੁਰੂ ਹੋ ਗਈਆਂ। ਦੈਨ ਪੇਮੈਂਟ ਆਫ ਇੰਟਰਸਟ ਔਰ ਡਿਵੀਡੈਂਡ ਔਨ ਦ ਇਨਵੈਸਟਮੈਂਟ। ਐਂਡ ਦੈਨ ਰੈਮਿਟੈਂਸਿਸ, ਜਦੋਂ ਅਸੀਂ ਆਪਣੇ ਫੈਮਿਲੀ ਐਕਸਪੈਂਸਿਸ ਨੂੰ ਮੀਟ ਕਰਨ ਦੇ ਲਈ ਜਾਂ ਜੋ ਸਾਡੇ ਕੋਲ ਬਾਹਰ ਗਿਆ ਹੋਇਆ ਉਹਨੂੰ ਕਵਰ ਕਰਨ ਦੇ ਲਈ। ਇਟ ਇਜ਼ ਕਾਲਡ ਦ ਪਾਰਸ਼ੀਅਲ ਕਨਵਰਟੇਬਿਲਿਟੀ ਬਿਕੋਜ਼ ਇਟ ਡਜ਼ ਨਾਟ ਕਵਰ ਦ ਕੈਪੀਟਲ ਟ੍ਰਾਂਜੈਕਸ਼ਨਸ। ਇਹ ਕੈਪੀਟਲ ਟ੍ਰਾਂਜੈਕਸ਼ਨਸ ਨੂੰ ਕਵਰ ਨਹੀਂ ਕਰਦਾ, ਦੈਟਸ ਵਾਈ ਅਸੀਂ ਇਹਨੂੰ ਪਾਰਸ਼ੀਅਲ ਕਨਵਰਟੇਬਿਲਿਟੀ ਕਹਿੰਦੇ ਹਾਂ। ਨੈਕਸਟ ਇਜ਼ ਅ ਲੌਂਗ ਟਰਮ ਟਰੇਡ ਪੋਲਿਸੀ। ਪਾਰਸ਼ੀਅਲ ਕਨਵਰਟੇਬਿਲਿਟੀ ਦੇ ਨਾਲ ਨਾਲ ਅਸੀਂ ਲੌਂਗ ਟਰਮ ਟਰੇਡ ਪੋਲਿਸੀ ਹੈ ਜਿਹੜੀ ਉਹਨੂੰ ਅਡੋਪਟ ਕੀਤਾ। ਇੰਡੀਅਨ ਗਵਰਨਮੈਂਟ ਨੇ ਲੌਂਗਰ ਡਿਊਰੇਸ਼ਨ ਦੀਆਂ ਫੋਰਨ ਟਰੇਡ ਪੋਲਿਸੀਜ਼ ਆ ਜਿਹੜੀਆਂ ਉਹਨਾਂ ਨੂੰ ਅਡੋਪਟ ਕੀਤਾ। ਦਿਸ ਇਜ਼ ਦ ਰਿਫੋਰਮ। ਜਿੰਨੇ ਵੀ ਰਿਸਟ੍ਰਿਕਸ਼ਨਸ ਜਾਂ ਕੋਟਾਸ ਫਿਕਸ ਕੀਤੇ ਹੋਏ ਸੀ ਉਹਨਾਂ ਨੂੰ ਜਾਂ ਤਾਂ ਘਟਾ ਦਿੱਤਾ ਗਿਆ ਜਾਂ ਫਿਰ ਉਹਨੂੰ ਰਿਮੂਵ ਕਰ ਦਿੱਤਾ ਗਿਆ। ਦੈਨ ਰਿਡਕਸ਼ਨ ਇਨ ਟੈਰਿਫ ਨੂੰ ਰਿਡਿਊਸ ਕੀਤਾ ਗਿਆ। ਪਹਿਲਾਂ ਹਾਈ ਟੈਰਿਫ ਬੈਰੀਅਰਸ ਸੀਗੇ ਤਾਂ ਉਹਨਾਂ ਨੂੰ ਵਿਡਰੋ ਕਰਕੇ ਟੈਰਿਫ ਫਰੀ ਕੀਤਾ ਗਿਆ। ਦੈਨ ਵਿਡਰੋਲ ਆਫ ਕੁਆਂਟੀਟੇਟਿਵ ਰਿਸਟ੍ਰਿਕਸ਼ਨਸ, ਜਦੋਂ ਅਸੀਂ ਕੁਆਂਟਮ ਫਿਕਸ ਕਰ ਦਿੰਦੇ ਆਂਗੇ ਕਿ ਵੱਧ ਤੋਂ ਵੱਧ ਅਸੀਂ ਇੰਨਾ ਹੀ ਮੰਗਵਾ ਸਕਦੇ ਹਾਂ ਤਾਂ ਉਹਨਾਂ ਕੁਆਂਟੀਟੇਟਿਵ ਰਿਸਟ੍ਰਿਕਸ਼ਨਸ ਨੂੰ ਵੀ ਰਿਮੂਵ ਕੀਤਾ ਗਿਆ। ਦੈਨ ਵਾਟ ਆਰ ਦ ਟੈਰਿਫ ਐਂਡ ਨਾਨ ਟੈਰਿਫ ਬੈਰੀਅਰਸ। ਟੈਰਿਫ ਬੈਰੀਅਰਸ ਜਿਹੜੇ ਅਸੀਂ ਟੈਰਿਫ ਦੇ ਥਰੂ ਮੀਨਸ ਟੈਕਸਿਸ ਦੇ ਥਰੂ ਜਿੰਨੇ ਵੀ ਬੈਰੀਅਰਸ ਲਗਾਉਂਦੇ ਹਾਂ ਜਿਹੜੇ ਕਿ ਸਾਨੂੰ ਇੰਪੋਰਟ ਐਕਸਪੋਰਟ ਤੋਂ ਰੋਕਦੇ ਆ। ਸੈਕਿੰਡ, ਨਾਨ ਟੈਰਿਫ ਬੈਰੀਅਰਸ ਜਿਹੜੇ ਲਾਈਕ ਕੋਟਾਸ ਫਿਕਸ ਕਰ ਦਿੱਤੇ ਜਾਂਦੇ ਜਿਹਨੂੰ ਅਸੀਂ ਕਹਿੰਦੇ ਕੁਆਂਟਮ ਰਿਸਟ੍ਰਿਕਸ਼ਨਸ। ਤਾਂ ਉਹ ਵਾਲੀਆਂ ਰਿਸਟ੍ਰਿਕਸ਼ਨਸ ਆ ਜਿਹੜੀਆਂ ਉਹਨਾਂ ਨੂੰ ਅਸੀਂ ਨਾਨ ਟੈਰਿਫ ਬੈਰੀਅਰਸ ਦੇ ਵਿੱਚ ਕੰਸੀਡਰ ਕਰਦੇ ਹਾਂ। ਨੈਕਸਟ ਇਜ਼ ਅ ਬਾਇਲੇਟਰਲ ਐਂਡ ਮਲਟੀਲੇਟਰਲ ਟਰੇਡ ਐਗਰੀਮੈਂਟਸ। ਬਾਈ ਮੀਨਸ ਵਿਦ ਦ 2 ਕੰਟਰੀਜ਼, ਸਾਡੇ ਕੋਲ ਵਿਦਿਨ ਦ 2 ਕੰਟਰੀਜ਼ ਜਦੋਂ ਅਸੀਂ ਇੱਕ ਆਪਣੀ ਕੰਟਰੀ ਦੂਸਰੀ ਕੰਟਰੀ ਦੇ ਨਾਲ ਜਿੰਨੇ ਵੀ ਐਗਰੀ ਕਰਦੇ ਆ, ਕੋਈ ਵੀ 2 ਕੰਟਰੀਜ਼ ਆ ਜਿਹੜੀਆਂ ਵਰਲਡ ਦੀਆਂ ਜਿਨ੍ਹਾਂ ਦੇ ਵਿੱਚ ਕੋਈ ਐਗਰੀਮੈਂਟ ਹੁੰਦਾ ਤਾਂ ਉਹਨਾਂ ਨੂੰ ਬਾਇਲੇਟਰਲ ਟਰੇਡ ਐਗਰੀਮੈਂਟਸ ਕਿਹਾ ਜਾਂਦਾ। ਮਲਟੀਲੇਟਰਲ ਐਗਰੀਮੈਂਟਸ ਜਦੋਂ ਅਸੀਂ ਇੱਕ ਕੰਟਰੀ ਤੋਂ ਜ਼ਿਆਦਾ ਕੰਟਰੀਜ਼ ਦੇ ਨਾਲ ਐਗਰੀਮੈਂਟ ਕਰਦੇ ਹਾਂ, ਦੋਜ਼ ਆਰ ਨੋਨ ਐਜ਼ ਦ ਮਲਟੀਲੇਟਰਲ ਟਰੇਡ ਐਗਰੀਮੈਂਟਸ। ਐਂਡ ਥੀਜ਼ ਆਰ tariff and non-tariff barriers and multilateral and bilateral trade agreements are important in WTO. Then WTO, this is a World Trade Organization,
ਜਿਹਨੇ ਗਲੋਬਲਾਈਜੇਸ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਰੋਲ ਹੈ ਜਿਹੜਾ ਪਲੇ ਕੀਤਾ। ਇਹਦੇ ਨਾਲ ਕੀ ਹੋਇਆ ਕਿ ਅਸੀਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਅਸੀਂ ਆਪਣੇ ਜਿੰਨੇ ਵੀ ਮੇਜਰ ਰੋਲ ਹੈ ਜਿਹੜਾ ਪਰ ਅਸੀਂ ਆਪਣੀ ਜਿਹੜੀ ਟ੍ਰੇਡ ਪਾਲਿਸੀ ਉਹਨੂੰ ਪ੍ਰਮੋਟ ਕਰ ਸਕਦੇ ਹਾਂ ਬਾਈ ਰਿਡਿਊਸਿੰਗ ਦਾ ਟੈਰਿਫ ਐਂਡ ਨਾਨ ਟੈਰਿਫ ਬੈਰੀਅਰਸ। ਐਂਡ ਆਲਰੇਡੀ ਵੀ ਹੈਵ ਡਿਸਕਸਡ ਨਾਨ ਟੈਰਿਫ ਬੈਰੀਅਰਸ ਸਾਡੇ ਕੋਲ ਕੁਆਂਟਮ ਫਿਕਸ ਕਰ ਦਿੰਦੇ ਹਾਂ ਜਦੋਂ ਉਹਨਾਂ ਨੂੰ ਅਸੀਂ ਕਹਿੰਦੇ ਹਾਂ। ਐਂਡ ਇਟ ਇਜ਼ ਸੋ ਫੋਕਸਡ it is focusing on competition in the international market and free access to the markets across the different countries of the world। competitive market ਦੇ ਵਿੱਚ ਅਸੀਂ ਉਹ ਆ ਜਾਂਦੇ ਹਾਂ ਔਰ ਇਹਦੇ ਨਾਲ ਸਾਡੇ ਕੋਲ ਆ ਜਿਹੜੇ it facilitates bilateral as well as multilateral trade agreements। ਤਾਂ bilateral ਤੇ multilateral trade agreements ਸਾਡੇ ਹੁੰਦੇ ਆ। ਇਮਪੈਕਟ ਆਫ WTO ਔਨ ਦਾ ਇੰਡੀਅਨ ਇਕੋਨਮੀ ਦੇ ਉੱਤੇ ਇਹਦਾ ਕਿੱਦਾਂ ਦਾ ਇੰਪੈਕਟ ਰਿਹਾ ਹੈ। ਫਸਟ ਇਹਨੇ ਗ੍ਰੇਟਰ ਐਕਸਪੋਰਟ ਓਪਰਚੁਨਿਟੀਜ਼ ਪ੍ਰੋਵਾਈਡ ਕੀਤੀਆਂ ਕਿਉਂਕਿ ਪਹਿਲਾਂ ਅਸੀਂ ਉਹਨਾਂ ਐਕਸਪੋਰਟ ਬਿਕੋਜ਼ ਆਫ ਦਾ ਬੈਰੀਅਰਸ ਅਸੀਂ ਆਪਣੇ ਐਕਸਪੋਰਟ ਨਹੀਂ ਸੀ ਕਰ ਸਕਦੇ ਗੇ। ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਸਾਡਾ ਇਸ ਤੋਂ ਵੀ ਜ਼ਿਆਦਾ ਹੋਏਗਾ। ਦੈਨ ਮਲਟੀ ਫਾਈਬਰ ਐਗਰੀਮੈਂਟਸ ਕੀਤੇ ਗਏ ਕਿਉਂਕਿ ਸਾਡੇ ਜਿਹੜੇ ਟੈਕਸਟਾਈਲ ਅਤੇ ਰੈਡੀਮੇਡ ਗਾਰਮੈਂਟ ਹੈ ਉਹਦੇ 'ਤੇ ਕੋਟਾ ਰਿਸਟ੍ਰਿਕਸ਼ਨ ਸੀਗੀਆਂ। ਜਦੋਂ ਕੋਟਾ ਰਿਸਟ੍ਰਿਕਸ਼ਨਸ ਨੂੰ ਰਿਮੂਵ ਕੀਤਾ ਗਿਆ ਤਾਂ ਸਾਡਾ ਜਿਹੜਾ ਐਕਸਪੋਰਟ ਹੈ ਗਾਰਮੈਂਟਸ ਦਾ ਉਹ ਇਨਕਰੀਜ਼ ਹੋ ਗਿਆ। ਪਰਟੀਕੂਲਰਲੀ ਅਮੈਰੀਕਾ ਅਤੇ ਯੂਰੋਪੀਅਨ ਕੰਟਰੀਜ਼ ਦੇ ਨਾਲ ਅਸੀਂ ਇਸ ਚੀਜ਼ ਨੂੰ ਇਨਕਰੀਜ਼ ਕੀਤਾ। ਇਹਦੇ ਨਾਲ ਕੀ ਹੋਇਆ ਕਿ ਸਾਡੀ ਜਿਹੜੀ ਇੰਡਸਟਰੀ ਹੈ ਜਦੋਂ ਅਸੀਂ ਇੱਕ ਐਕਸਪੋਰਟ ਨੂੰ ਇੰਪਰੂਵ ਕਰਦੇ ਆਂਗੇ ਤਾਂ ਡੈਫੀਨੇਟਲੀ ਉਹਦੀ ਪ੍ਰੋਡਕਸ਼ਨ ਹੈ ਜਾਂ ਉਹਦੀ ਆਊਟਪੁੱਟ ਹੈ ਉਹਨੂੰ ਇੰਪਰੂਵ ਕਰਨ ਦੇ ਲਈ ਸਾਨੂੰ ਇੰਪਲੋਇਮੈਂਟ ਓਪਰਚੁਨਿਟੀਜ਼ ਇਨਕਰੀਜ਼ ਕਰਨੀਆਂ ਪੈਣਗੀਆਂ। ਅਤੇ ਦੈਨ ਇਟ ਪ੍ਰੋਵਾਈਡਸ ਇੰਪਲੋਇਮੈਂਟ ਟੂ ਦਾ ਇੰਡੀਅਨ ਵਰਕਰਸ। ਦੈਨ ਬਿਕੋਜ਼ ਜਦੋਂ ਅਸੀਂ ਰਿਸਟ੍ਰਿਕਸ਼ਨਸ ਬੈਰੀਅਰਸ ਆ ਜਿਹੜੀਆਂ ਉਹਨਾਂ ਨੂੰ ਰਿਮੂਵ ਕਰਦੇ ਆਂਗੇ ਤਾਂ ਉਹਦੇ ਨਾਲ ਸਾਡੇ ਜਿਹੜੇ ਕੋਲ ਰਿਡਿਊਸ ਇਨ ਦਾ ਸਬਸਿਡੀਜ਼ ਟੂ ਦਾ ਡੋਮੈਸਟਿਕ ਪ੍ਰੋਡਿਊਸਰਸ ਆਫ ਦਾ ਐਗਰੀਕਲਚਰ ਔਰ ਉਹਦੇ ਨਾਲ ਜਿਹੜੇ ਸਬਸਿਡੀਜ਼ ਆ ਗਈਆਂ ਉਹ ਰਿਡਿਊਸ ਹੋ ਗਈਆਂ ਐਂਡ ਪ੍ਰਾਈਸਿਸ ਜਿਹੜੀ ਹੈਗੀਆਂ ਇੰਟਰਨੈਸ਼ਨਲ ਮਾਰਕੀਟਸ ਦੇ ਵਿੱਚ ਬਿਕੋਜ਼ ਜਦੋਂ ਸਬਸਿਡੀਜ਼ ਰਿਡਿਊਸ ਹੋ ਜਾਂਦੀਆਂ ਤਾਂ ਇਟ ਲੀਡਸ ਟੂ ਰਾਈਜ਼ ਇਨ ਦਾ ਪ੍ਰਾਈਸਿਸ ਬਿਕੋਜ਼ ਕਾਸਟ ਆਫ ਪ੍ਰੋਡਕਸ਼ਨ ਵੱਧ ਜਾਂਦੀ ਹੈ। ਤਾਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿੰਨੇ ਵੀ ਸਾਡੇ ਕੋਲ ਐਗਰੀਕਲਚਰ ਪ੍ਰੋਡਕਟ ਸੀਗੇ ਉਹਨਾਂ ਦੀ ਜਿਹੜੀ ਪ੍ਰਾਈਸ ਹੈ ਉਹ ਰਾਈਜ਼ ਕਰਨੀ ਸ਼ੁਰੂ ਕਰ ਦਿੱਤੀ। ਐਂਡ with a greater stability of the international trading system ਕਿਉਂਕਿ WTO ਦਾ ਮੇਨ ਮੋਟਿਵ ਕੀ ਹੁੰਦਾ ਹੈ ਕਿ ਕਿਸੇ ਵੀ ਇਕੋਨਮੀ ਦੇ ਵਿੱਚ ਸਟੇਬਿਲਿਟੀ ਲੈ ਕੇ ਆਉਣੀ ਵਿਦ ਇਨ ਦਾ ਇੰਟਰਨੈਸ਼ਨਲ ਟ੍ਰੇਡਿੰਗ ਸਿਸਟਮ ਦੇ ਵਿੱਚ। ਜਦੋਂ ਅਸੀਂ ਇੰਟਰਨੈਸ਼ਨਲ ਟ੍ਰੇਡਿੰਗ ਕਰ ਰਹੇ ਹਾਂ ਉਹਦੇ ਵਿੱਚ ਸਟੇਬਿਲਿਟੀ ਨੂੰ ਇਹਦਾ ਮੇਨ ਉਹ ਹੁੰਦਾ। ਐਂਡ ਇਹਦੇ ਨਾਲ ਕੀ ਹੋਇਆ ਕਿ ਜੋ ਵੀ ਡੰਪਿੰਗ ਸਟ੍ਰੈਟਜੀ ਸੀ ਫੋਰਨ ਕੰਟਰੀਜ਼ ਦੀ ਜਾਂ ਡਿਵੈਲਪ ਕੰਟਰੀਜ਼ ਦੀ ਉਹਨੂੰ ਰਿਡਿਊਸ ਕੀਤਾ ਗਿਆ, ਉਹ ਡਿਕਲਾਈਨ ਹੋਈ। ਐਂਡ what is a dumping ਕੀ ਹੈ? ਇਟਸ a bulk sale of the goods by the developed countries in the domestic market of less developed countries at the competitive rates। ਜਿੰਨੀਆਂ ਵੀ ਸਾਡੇ ਕੋਲੇ ਘੱਟ ਡਿਵੈਲਪ ਕੰਟਰੀਜ਼ ਹੁੰਦੀਆਂ ਅੰਡਰ ਡਿਵੈਲਪ ਜਾਂ ਡਿਵੈਲਪਿੰਗ ਕੰਟਰੀਜ਼ ਹੁੰਦੀਆਂ ਤਾਂ ਉਹਨਾਂ ਇਕੋਨਮੀਜ਼ ਦੇ ਵਿੱਚ ਜਦੋਂ ਡਿਵੈਲਪ ਕੰਟਰੀਜ਼ ਆਪਣਾ ਜੋ ਵੀ ਉਹਨਾਂ ਦਾ ਮਟੀਰੀਅਲ ਹੈ ਜੋ ਉਸ ਟਾਈਮ ਉਹਨਾਂ ਦੀ ਇਕੋਨਮੀ ਦੇ ਵਿੱਚ ਤਾਂ ਸੇਲ ਨਹੀਂ ਹੋ ਰਿਹਾ ਬਟ ਸਾਡੀ ਇਕੋਨਮੀ ਦੇ ਵਿੱਚ ਉਹ ਕੰਪੀਟੀਟਿਵ ਪ੍ਰਾਈਸਿਸ ਦੇ ਉੱਤੇ ਨਾਟ ਐਟ ਦਾ ਲੈਸ ਪ੍ਰਾਈਸਿਸ ਕੰਪੀਟੀਟਿਵ ਪ੍ਰਾਈਸਿਸ ਦੇ ਉੱਤੇ ਆ ਕੇ ਸੇਲ ਕਰਦੇ ਦੈਟ ਇਜ਼ ਨੋਨ ਐਜ਼ ਦਾ ਡੰਪਿੰਗ। ਔਰ ਇਹਦੇ ਨਾਲ ਡੋਮੈਸਟਿਕ ਇਨਵੈਸਟਮੈਂਟ ਹੈ ਜਿਹੜੀ ਡਿਕਰੀਜ਼ ਹੁੰਦੀ ਹੈ ਬਿਕੋਜ਼ ਅਸੀਂ ਆਪਣੀ ਇਕੋਨਮੀ ਦੇ ਵਿੱਚ ਉਸ ਪ੍ਰੋਡਕਸ਼ਨ ਨੂੰ ਨਹੀਂ ਕਰਾਂਗੇ ਜਦੋਂ ਸਾਡੇ ਕੋਲ ਬਾਹਰਲੀਆਂ ਕੰਟਰੀਜ਼ ਤੋਂ ਅਸੀਂ ਇੰਪੋਰਟ ਕਰਨਾ ਸਟਾਰਟ ਕਰ ਦਿੰਦੇ ਹੈਗੇ। ਐਂਡ WTO ਨੇ ਅਸਿਮੈਟ੍ਰਿਕ ਟਰੀਟਮੈਂਟ ਹੈ ਜਿਹੜਾ ਸਿਰਫ ਉਸ ਟਾਈਮ ਹੋ ਸਕਦਾ ਜਦੋਂ ਅਸੀਂ ਕਹਿੰਦੇ ਹੈਗੇ ਕਿ ਅਸਿਮੈਟ੍ਰਿਕ ਮੀਨਸ ਸਾਰੀਆਂ ਇਕੋਨਮੀਜ਼ ਦੇ ਵਿੱਚ ਇਕੁਅਲੀ ਡਿਸਟਰੀਬਿਊਟ ਨਹੀਂ ਕੀਤਾ ਜਾਂਦਾ ਕੈਪੀਟਲ ਅਤੇ ਲੇਬਰ ਮਾਰਕੀਟ ਨੂੰ। WTO ਫ੍ਰੀ ਮੂਵਮੈਂਟ ਕੈਪੀਟਲ ਦੀ ਜਿਹੜੀ ਉਹਨੂੰ ਕਰ ਰਹੀ ਸੀ ਨਾ ਕਿ ਉਹ ਇੰਡੀਆ ਬਿਕੋਜ਼ ਇੰਡੀਆ ਦੇ ਵਿੱਚ ਸਾਡੇ ਕੋਲ ਲਾਰਜ ਲੇਬਰ ਮੈਨ ਪਾਵਰ ਹੈ। ਲਾਰਜ ਮੈਨ ਪਾਵਰ ਦੇ ਕਰਕੇ ਉਹਨਾਂ ਨੇ ਲੇਬਰ ਨੂੰ ਪ੍ਰਮੋਟ ਨਹੀਂ ਕੀਤਾ, ਉਹਨਾਂ ਨੇ ਜਸਟ ਕੈਪੀਟਲ ਨੂੰ ਪ੍ਰਮੋਟ ਕੀਤਾ। ਤਾਂ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਅਗਰ ਸਾਡੇ ਕੋਲ ਡਿਵੈਲਪ ਕੰਟਰੀਜ਼ ਦੋਨੋਂ ਚੀਜ਼ਾਂ ਨੂੰ ਉਹ ਕਰਦੀਆਂ ਬਿਕੋਜ਼ MNCs ਆਲਵੇਜ਼ ਪ੍ਰਮੋਟਿੰਗ ਦ ਕੈਪੀਟਲ ਇੰਟੈਂਸਿਵ ਟੈਕਨੀਕਸ ਔਰ ਇਹਦੇ ਨਾਲ
ਇੰਡੀਅਨ ਲੇਬਰ ਨੂੰ ਫ੍ਰੀ ਐਕਸੈਸ ਨਹੀਂ ਮਿਲਿਆ ਦੂਸਰੀਆਂ ਇਕੋਨਮੀਜ਼ ਦੇ ਵਿੱਚ। ਅਸੀਂ ਲਿਕਰੇਟਿਵ ਫੈਕਟਰ ਦੀ ਗੱਲ ਕਰਦੇ ਹਾਂਗੇ ਡਿਵੈਲਪ ਕੰਟਰੀਜ਼ ਦੇ ਵਿੱਚ, ਐਂਡ ਇਟ ਰੈਫਰਸ ਟੂ ਦਾ ਮਾਰਕੀਟਿੰਗ ਆਫਰਿੰਗ ਹਾਈ ਵੇਜ ਰੇਟ। ਤਾਂ ਸਾਡੇ ਕੋਲ ਉਹਨਾਂ ਨੂੰ ਇੰਨਾ ਜ਼ਿਆਦਾ ਉਹ ਵਧੀਆ ਨਹੀਂ ਹੋਇਆ ਕਿ ਉਹ ਆਪਣਾ ਵਧੀਆ ਤਰੀਕੇ ਦੇ ਨਾਲ ਕੰਮ ਕਰ ਸਕਣ।